ਨਸ਼ਾ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਦੀ ਜਵਾਨੀ ਨੂੰ ਨਿਗਲ ਰਿਹਾ ਹੈ। ਕਈ ਘਰਾਂ ਦੇ ਚਿਰਾਗ ਨਸ਼ੇ ਦੀ ਨਾਮਰਾਦ ਲੱਤ ਨੇ ਨਿਗਲ ਲਏ ਹਨ। ਕਿੰਨੇ ਹੀ ਘਰ ਉਜਾੜ ਦਿੱਤੇ ਹਨ, ਪਰ ਕੁਝ ਅਜਿਹੇ ਵੀ ਨੌਜਵਾਨ ਹਨ ਜੋ ਨਸ਼ੇ ਦੀ ਦਲਦਲ ਵਿੱਚੋਂ ਨਿਕਲ ਆਏ ਹਨ, ਹੋਰਾਂ ਲਈ ਪ੍ਰੇਰਨਾ ਸਰੋਤ ਬਣੇ ਹੋਏ ਹਨ। ਅਕਸਰ ਕਿਹਾ ਜਾਂਦਾ ਹੈ ਕਿ ਜਦੋਂ ਕੋਈ ਇਨਸਾਨ ਲੜਾਈ ਝਗੜੇ ਮੁਕੱਦਮੇਬਾਜ਼ੀਆਂ ਅਤੇ ਨਸ਼ਿਆਂ ਦੇ ਦਲਦਲ ਵਿੱਚ ਧਸ ਜਾਂਦਾ ਹੈ ਤਾਂ ਉਸ ਦੇ ਘਰ ਵਾਪਸੀ ਦਾ ਕੋਈ ਰਾਹ ਨਹੀਂ ਰਹਿੰਦਾ। ਸਮਾਜ ਵਿੱਚ ਉਹ ਇਨਸਾਨ ਆਪਣੀ ਇੱਜ਼ਤ ਗਵਾ ਬੈਠਦਾ ਹੈ। ਜੇਲ੍ਹਾਂ ਕੱਟ ਕੇ ਆਉਣ ਵਾਲੇ ਲੋਕਾਂ ਤੇ ਅਜਿਹੇ ਧੱਬੇ ਲੱਗ ਜਾਂਦੇ ਹਨ ਜੋ ਕਦੇ ਮਟਾਇਆ ਨਹੀਂ ਮਿਟਦੇ, ਪਰ ਕੁਝ ਲੋਕਾਂ ਦੀ ਜ਼ਿੰਦਗੀ ਉਹਨਾਂ ਨੂੰ ਅਜਿਹੇ ਮੋੜ ਤੇ ਖੜਾ ਕਰ ਦਿੰਦੀ ਹੈ ਜਿੱਥੇ ਉਹਨਾਂ ਨੂੰ ਇੱਕ ਆਸ ਦੀ ਕਿਰਨ ਨਜ਼ਰ ਆਉਣ ਲੱਗ ਜਾਂਦੀ ਹੈ ਕਿ ਉਹ ਵੀ ਇੱਜ਼ਤਦਾਰ ਇਨਸਾਨ ਵਾਂਗ ਘਰ ਵਾਪਸੀ ਕਰ ਸਕਦੇ ਹਨ। ਪਰ ਇਸ ਲਈ ਬੜਾ ਵੱਡਾ ਜਿਗਰਾ, ਬੁਲੰਦ ਹੌਸਲਾ, ਸਿਦਕ ਅਤੇ ਸਿਰੜ ਹੋਣਾ ਬਹੁਤ ਜ਼ਰੂਰੀ ਹੈ। ਅਜਿਹਾ ਹੀ ਇੱਕ ਨੌਜਵਾਨ ਹੈ ਜਿਸ ਨੇ ਇੱਕ ਕ੍ਰਿਸ਼ਮਾ ਕਰਕੇ ਵਿਖਾਇਆ ਹੈ। ਅੱਜ ਸਮਾਜ ਵਿੱਚ ਉਸ ਨੂੰ ਇੱਕ ਇੱਜ਼ਤਦਾਰ ਸ਼ਖਸੀਅਤ ਵਜੋਂ ਜਾਣਿਆ ਜਾਂਦਾ ਹੈ। ਅਸੀਂ ਗੱਲ ਕਰ ਰਹੇ ਹਾਂ ਮਨਪ੍ਰੀਤ ਸਿੰਘ ਸੈਫਦੀਪੁਰ ਦੀ। ਜਦੋਂ ਅਸੀਂ ਮਨਪ੍ਰੀਤ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਆਪਣੀ ਜ਼ਿੰਦਗੀ ਨੂੰ ਸਾਡੇ ਸਾਹਮਣੇ ਖੁੱਲੀ ਕਿਤਾਬ ਵਾਂਗ ਰੱਖਦਿਆਂ ਦੱਸਿਆ ਕਿ ਜਦੋਂ ਉਹ ਸਕੂਲ ਤੋਂ ਬਾਅਦ ਕਾਲਜ ਪਹੁੰਚੇ ਤਾਂ ਉਸ ਸਮੇਂ ਸਮੈਕ ਦਾ ਨਵਾਂ ਦੌਰ ਚੱਲਿਆ ਸੀ। ਪਿਤਾ ਸ਼ਰਾਬ ਕਾਰੋਬਾਰੀ ਸਨ, ਪੈਸੇ ਦੀ ਕੋਈ ਕਮੀ ਨਹੀਂ ਸੀ। ਗਲਤ ਸੰਗਤ ਨਾਲ ਉੱਠਣੀ ਬੈਠਣੀ ਹੋ ਗਈ ਅਤੇ ਹੌਲੀ-ਹੌਲੀ ਸਮੈਕ ਵਰਗੇ ਨਸ਼ਿਆਂ ਵਿੱਚ ਧੱਸਦਾ ਹੀ ਚਲਾ ਗਿਆ। ਮਨਪ੍ਰੀਤ ਦੱਸਦਾ ਹੈ ਕਿ ਉਹ 15 ਸਾਲ ਮੇਰੀ ਜ਼ਿੰਦਗੀ ਦੇ ਉਹ 15 ਸਾਲ ਬਣ ਗਏ ਜੋ ਮੈਂ ਆਪਣੀ ਜ਼ਿੰਦਗੀ ਵਿੱਚੋਂ ਗਵਾ ਬੈਠਾ, ਜਿਸ ਦਾ ਅੱਜ ਮੈਨੂੰ ਬੇਹੱਦ ਅਫਸੋਸ ਹੁੰਦਾ ਹੈ। ਉਸ ਕਾਲੇ ਦੌਰ ਨੂੰ ਯਾਦ ਕਰਦਿਆਂ ਅੱਜ ਵੀ ਮੇਰੀ ਰੂਹ ਕੰਬਦੀ ਹੈ, ਪਰ ਮੈਂ ਖੁਸ਼ ਹਾਂ ਕਿ ਮੈਂ ਜਿਉਂਦੇ ਜਾਗਦੇ ਆਪਣੇ ਪਰਿਵਾਰ ਵਿੱਚ ਵਾਪਸ ਪਰਤ ਆਇਆ ਹਾਂ ਅਤੇ ਜੋ ਇੱਕ ਕ੍ਰਿਸ਼ਮੇ ਤੋਂ ਘੱਟ ਨਹੀਂ ਹੈ। ਬੇਸ਼ੱਕ ਇਸ ਦੇ ਲਈ ਮੈਨੂੰ ਬਹੁਤ ਬੁਲੰਦ ਹੌਸਲੇ ਨਾਲ ਲੜਨਾ ਪਿਆ ਹੈ। ਇਸ ਦੇ ਉਹ ਪੜਾਅ ਦੇਖੇ ਆ ਜਿੰਨਾ 'ਚ ਮੈਨੂੰ ਇੱਕ ਟਾਈਮ ਐ ਲੱਗਦਾ ਸੀ ਮੈਂ ਜ਼ਿੰਦਗੀ 'ਚ ਵਾਪਸ ਨਹੀਂ ਆ ਸਕਦਾ। ਮੈਂ ਜੇਲ੍ਹ ਦੌਰਾਨ ਮੇਰੇ ਇਹੋ ਜਿਹੇ ਰਿਲੇਸ਼ਨ ਸੀਗੇ ਜਾਂ ਤੋਂ ਪਹਿਲਾਂ ਵੀ ਸੀ ਜੇਲ੍ਹ 'ਚ ਰਹਿਣ ਦੇ ਰਨ ਵੀ ਮੈਂ ਅੱਜ ਤੁਸੀਂ ਦੇਖ ਹੀ ਰਹੇ ਹੋ ਜੋ ਤੁਸੀਂ ਸੋਸ਼ਲ ਮੀਡੀਆ ਤੇ, ਮੈਨੂੰ ਨਹੀਂ ਲੱਗਦਾ ਜਿੱਦਾਂ ਨਾਲ ਮੈਂ ਜੇਲ੍ਹ ਕੱਟੀ ਆ ਉਹਨਾਂ 'ਚੋਂ ਅੱਜ ਇੱਕ ਵੀ ਬੰਦਾ ਨਹੀਂ ਬਚਿਆ ਹੋਇਆ। ਗੱਲ ਕੀ ਸੀ, ਮੈਨੂੰ ਮੇਰਾ ਪਰਿਵਾਰ ਦਿਖਣ ਲੱਗ ਗਿਆ ਸੀ। ਜਦੋਂ ਕਿਉਂ ਦਿਖਣ ਲੱਗ ਗਿਆ ਸੀ, ਮੈਨੂੰ ਆਪਦੇ ਬੱਚੇ ਦੇਖਦੇ ਸੀਗੇ, ਮੈਨੂੰ ਆਪਦੇ ਮਾਪੇ ਦੇਖਦੇ ਸੀਗੇ, ਮੈਨੂੰ ਆਪਦੇ ਸਟੇਟਸ ਸਮਾਜ 'ਚ ਜ਼ਿੰਦਗੀ ਦਿਖ ਰਹੀ ਸੀ, ਮੇਰੀ ਜ਼ਿੰਦਗੀ ਕਿੱਥੇ ਆ। ਤਾਂ ਹੁਣ ਮੈਂ ਵਾਪਸ ਆਉਣਾ ਚਾਹੁੰਦਾ ਸੀ। ਵਾਪਸ ਆਉਣ ਨੂੰ ਮੈਨੂੰ ਚਾਹੀਦਾ ਕੀ ਸੀ? ਵਾਪਸ ਆਉਣ ਨੂੰ ਇੱਕ ਬੰਦੇ ਨੂੰ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨੀ ਪੈਂਦੀ ਹੈ। ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਿੱਥੋਂ ਕਰਨੀ ਪੈਂਦੀ ਆ? ਜਦੋਂ ਇੱਕ ਨਵਾਂ ਬੇਸ ਬਣਾਉਣਾ ਪੈਂਦਾ, ਸਭ ਕੁਝ ਨਵਾਂ, ਤਾਂ ਉਹਦੇ ਲਈ ਪਿਛਲੀ ਜ਼ਿੰਦਗੀ ਛੱਡਣੀ ਪੈਂਦੀ ਹੈ। ਤਾਂ ਮੇਰੀ ਪਾਸਟ ਜ਼ਿੰਦਗੀ ਸਾਡੇ ਸ਼ਰਾਬ ਦੇ ਠੇਕੇ ਸੀ। ਉਹ ਲਾਈਨ ਹੀ ਇੱਦਾਂ ਦੀ ਸੀ, ਲੜਾਈ ਝਗੜੇ ਦੁਸ਼ਮਣੀ ਤੇ ਹਰ ਘੜੀ ਮਤਲਬ ਜਾਨ ਸਾਹ ਮੇਰੇ ਨਾ ਐ ਹੁੰਦੀ ਸੀ ਵੀ ਜਿੰਦ ਹੁਣ ਗਈ ਹਨਾ। ਇੱਥੇ ਤੁਹਾਨੂੰ 4 ਬੰਦੇ ਹਮੇਸ਼ਾ ਨਾਲ ਰਹਿਣੇ ਹਥਿਆਰਾਂ ਵਾਲੇ, ਆਪਦੇ ਨੀਂਦ ਨਹੀਂ ਆਉਣੀ। ਜੇ ਰਾਤ ਨੂੰ ਫੋਨ ਆ ਜਾਣਾ, ਪਹਿਲਾਂ ਦਿਮਾਗ ਤੇ ਸਟ੍ਰੈਸ ਹੁੰਦਾ ਸੀ ਵੀ ਸੁੱਖ ਸ਼ਾਂਤੀ ਹੋਵੇ ਜਿੱਥੋਂ ਵੀ ਆਇਆ। ਪਰ ਜਦੋਂ ਉਹ ਸਾਰਾ ਕੁਝ ਇੱਕਦਮ ਜੇ ਮੈਂ ਪਰਿਵਰਤਨ ਚਾਹੁੰਦਾ ਸੀ ਤਾਂ ਮੈਨੂੰ ਛੱਡਣਾ ਪੈਣਾ ਸੀ ਤੇ ਮੈਂ ਉਹ ਛੱਡਿਆ। ਤੇ ਚਲੋ ਛੱਡਿਆ ਕਿ ਮੈਨੂੰ ਪ੍ਰਮਾਤਮਾ ਵੱਲੋਂ ਨਸ਼ਾ ਮੇਰੇ ਕੋਲ ਪੂਰੇ ਟੌਪ ਤੇ ਸੀਗਾ, ਕਰ ਰਹੇ ਸੀ। ਜ਼ਿੰਦਗੀ ਮੇਰੀ ਆਊਟ ਤੋਂ ਟਰੈਕ ਤੋਂ ਬਾਹਰ ਸੀਗੀ। ਮਨਪ੍ਰੀਤ ਦੱਸਦਾ ਹੈ ਕਿ ਮੇਰੇ ਪਰਿਵਾਰ ਵੱਲੋਂ ਮੇਰੇ ਨਸ਼ੇ ਨੂੰ ਛਡਾਉਣ ਲਈ ਹਰ ਯਤਨ ਕੋਸ਼ਿਸ਼ ਕੀਤੀਆਂ ਗਈਆਂ, ਪਰ ਇਲਾਜ ਕਰਵਾਉਣ ਦੇ ਬਾਵਜੂਦ ਵੀ ਮੈਨੂੰ ਇਸ ਵਿੱਚੋਂ ਬਾਹਰ ਆਉਣਾ ਅਸੰਭਵ ਜਾਪ ਰਿਹਾ ਸੀ। ਮਨਪ੍ਰੀਤ ਨੇ ਦੱਸਿਆ ਕਿ ਇੱਕ ਵਾਰ ਉਹ ਸੁਲਤਾਨਪੁਰ ਲੋਧੀ ਵਿਚਲੇ ਡੇਰੇ ਵਿੱਚ ਹਰਖੋਵਾਲ ਵਾਲੇ ਸੰਤਾਂ ਦੇ ਦਰਸ਼ਨ ਕਰਨ ਗਿਆ ਤਾਂ ਉਸ ਨੂੰ ਉੱਥੇ ਬੜੀ ਸ਼ਾਂਤੀ ਜਹੀ ਮਿਲੀ ਅਤੇ ਪਰਮਾਤਮਾ ਵੱਲੋਂ ਸੰਤਾਂ ਨਾਲ ਮੇਰੀ ਲਗਾਵ ਲਗਾਤਾਰ ਵਧਦਾ ਗਿਆ। ਇੱਕ ਮੁਲਾਕਾਤ ਦੌਰਾਨ ਸੰਤਾਂ ਨੇ ਮੈਨੂੰ ਘੋੜਾ ਰੱਖਣ ਦੀ ਸਲਾਹ ਦਿੱਤੀ। ਮੈਂ ਉਸ ਨੂੰ ਨਹੀਂ ਗੌਲਿਆ। ਕੁਦਰਤ ਇੱਕ ਦਿਨੀ ਪਟਿਆਲਾ ਦੇ ਗੁਰਦੁਆਰਾ 9ਵੀਂ ਪਾਤਸ਼ਾਹੀ ਬਹਾਦਰਗੜ੍ਹ ਜਦੋਂ ਮੈਂ ਮੱਥਾ ਟੇਕਣ ਗਿਆ ਤਾਂ ਉੱਥੇ ਕਾਰ ਸੇਵਾ ਵਾਲੇ ਬਾਬਿਆਂ ਨੇ ਮੈਨੂੰ ਇੱਕ ਘੋੜੀ ਤੋਹਫੇ ਵਜੋਂ ਦਿੱਤੀ। ਇਸ ਘੋੜੀ ਨੇ ਮੇਰੇ ਘਰ ਵਿੱਚ ਪੈਰ ਪੈਂਦੇ ਹੀ ਮੇਰੀ ਜ਼ਿੰਦਗੀ ਦੀ ਨੁਹਾਰ ਬਦਲਣ ਲੱਗੀ। ਜ਼ਿਆਦਾ ਸਮਾਂ ਇਸ ਦੀ ਸੇਵਾ ਵਿੱਚ ਬੀਤਣ ਲੱਗਾ ਅਤੇ ਕੁਦਰਤੀ ਹੀ ਮੇਰੇ ਮਨ ਵਿੱਚ ਨਸ਼ੇ ਪ੍ਰਤੀ ਵਿਚਾਰ ਆਉਣੇ ਬੰਦ ਹੋ ਗਏ ਅਤੇ ਹੌਲੀ-ਹੌਲੀ ਕਰਦਿਆਂ ਮੈਂ ਨਸ਼ੇ ਤੋਂ ਦੂਰੀ ਬਣਾ ਲਈ। ਬੇਸ਼ੱਕ ਅੱਜ ਮੈਂ ਇੱਕ ਇੱਜ਼ਤਦਾਰ ਸ਼ਹਿਰੀ ਦੇ ਤੌਰ ਤੇ ਜ਼ਿੰਦਗੀ ਜੀ ਰਿਹਾ ਹਾਂ, ਪਰ ਮੈਂ ਇਸ ਦੌਰਾਨ ਬਹੁਤ ਕੁਝ ਗਵਾ ਲਿਆ ਹੈ। ਸਾਡੇ ਬਾਬਾ ਜੀ ਸੀ, ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਏਦਾਂ ਘੋੜਿਆਂ ਦਾ ਕੰਮ ਕਰ, ਵੀ ਇਹ ਸ਼ਰਾਬ ਦੀ ਲਾਈਨ ਛੱਡ ਦੋ ਤੇ ਘੋੜਿਆਂ ਦਾ ਕੰਮ ਕਰੋ। ਚਲੋ ਜਦੋਂ ਘੋੜਿਆਂ ਦਾ ਮੈਨੂੰ ਉਸ ਘਟਨਾ ਤੋਂ ਬਦਲਣਾ ਚਾਹੁੰਦਾ ਸੀਗਾ ਤੇ ਰਾਹ ਹੈ ਨਹੀਂ ਸੀ। ਇੱਕ ਫਸਟ ਸਟੈਪ ਸੀਗਾ, ਪੌੜੀ ਚੜ੍ਹਨੀ ਸੀਗੀ, ਪਰ ਮੈਨੂੰ ਅੱਗੇ ਦਿਖ ਨਹੀਂ ਰਿਹਾ ਸੀ ਕੁਝ ਵੀ। ਮੈਨੂੰ ਨਹੀਂ ਲੱਗਦਾ ਸੀ ਮੈਂ ਬਚ ਜਾਊਂਗਾ ਜਾਂ ਨਹੀਂ ਬਚੂੰਗਾ ਇਸ ਤੋਂ। ਪਰ ਹੋਇਆ ਕਿ ਚਲੋ ਇੱਕ ਘੋੜਾ ਆ ਗਿਆ। ਘੋੜਾ ਵੀ ਕਿਵੇਂ ਆਇਆ ਵੀ ਉਹ ਵੀ ਬਹੁਤ ਲੰਬੀ ਥੀ, ਸਭ ਨੂੰ ਪਤਾ ਹੀ ਹੈ ਮੋਸਟਲੀ। ਤਾਂ ਮੈਨੂੰ ਸੰਤਾਂ ਨੇ ਘੋੜੀ ਗਿਫਟ ਕੀਤੀ। ਜਦੋਂ ਘੋੜੀ ਆਈ ਤਾਂ ਮੇਰਾ ਸਮਾਂ ਐਸਾ ਬਤੀਤ ਹੋਣ ਲੱਗਾ ਉਹਦੇ ਨਾਲ ਵੀ ਮੈਂ ਘਰੋਂ ਬਾਹਰ ਨਿਕਲਣਾ ਬੰਦ ਕਰਤਾ, ਕਿਉਂਕਿ ਉਹਦੇ 'ਚ ਤੁਹਾਨੂੰ 3 ਚੀਜ਼ਾਂ ਛੱਡਣੀਆਂ ਪੈਂਦੀਆਂ, ਪੀਪਲ, ਪਲੇਸ, ਥਿੰਗਸ। ਵੀ ਤੁਹਾਨੂੰ ਉਹ ਲੋਕ ਛੱਡਣੇ ਪੈਂਦੇ ਨੇ, ਤੁਹਾਨੂੰ ਉਹ ਜਗ੍ਹਾ ਛੱਡਣੀਆਂ ਪੈਂਦੀਆਂ ਨੇ ਜਿਹਦੇ ਨਾਲ ਤੁਸੀਂ ਕਨੈਕਟਡ ਸੀਗੇ ਕਿਸੇ ਵੀ ਮਾੜੇ ਕਰਮ ਦੌਰਾਨ। ਤੁਹਾਨੂੰ ਉਹ ਚੀਜ਼ਾਂ ਛੱਡਣੀਆਂ ਪੈਂਦੀਆਂ, ਸਾਰੀਆਂ ਥਿੰਗਸ ਆ ਜਾਂਦੀਆਂ ਵਿੱਚ, ਠੀਕ ਆ। ਤਾਂ ਕੀ ਆ, ਮੈਨੂੰ ਇੱਕ ਟਾਈਮ ਆਇਆ ਸੀ ਵੀ ਮੈਂ ਆਪਦੇ ਹਥਿਆਰ ਵੀ ਆਪਦੇ ਨਾਲੋਂ 6 ਮਹੀਨੇ 7 ਮਹੀਨੇ ਪਾਸੇ ਕਰਤੇ। ਮੈਂ ਘਰੋਂ ਨਿਕਲਣਾ ਬੰਦ ਕਰਤਾ, ਲੋਕਾਂ ਕੋਲ ਜਾਣਾ, ਘਰੋਂ ਨਿਕਲਣਾ ਮਿਲਣਾ ਹੀ ਬੰਦ ਕਰਤਾ। ਤਾਂ ਕੀ ਉਸ ਦੌਰਾਨ ਜੋ ਮੈਂ ਘੋੜੇ ਦੇ ਨਾਲ ਕਨੈਕਟਡ ਸੀਗਾ, ਮੈਂ ਇੰਨੀ ਮੇਰੀ ਲਾਈਫ 'ਚ ਪਰਿਵਰਤਨ ਆਇਆ।
ਮੇਰੇ ਨਸ਼ੇ ਕਾਰਨ ਮੇਰੇ ਪਿਤਾ ਜੀ ਬਲਵਿੰਦਰ ਸਿੰਘ ਸੈਫਦੀਪੁਰ ਨੇ ਸ਼ਰਾਬ ਦੇ ਕਾਰੋਬਾਰ ਤੋਂ ਤੌਬਾ ਕਰ ਲਈ। ਨਸ਼ੇ ਵਿੱਚ ਫਸੇ ਹੋਣ ਕਾਰਨ ਅਕਸਰ ਹੀ ਸ਼ਰਾਬ ਦੇ ਕੰਮ ਕਰਕੇ ਲੜਾਈ ਝਗੜੇ ਹੁੰਦੇ ਰਹਿੰਦੇ ਸੀ, ਜਿਨ੍ਹਾਂ ਕਰਕੇ ਲੱਖਾਂ ਰੁਪਏ ਅਦਾਲਤਾਂ ਵਿੱਚ ਖਰਾਬ ਹੁੰਦੇ ਅਤੇ ਜੋ ਜੇਲ੍ਹਾਂ ਕੱਟੀਆਂ ਅਲੱਗ, ਜੋ ਸਮੈਕਾਂ ਵਿੱਚ ਕਰੋੜਾਂ ਰੁਪਏ ਫੂਕ ਦਿੱਤੇ ਉਹ ਅਲੱਗ। ਫਿਰ ਮੈਂ ਇੱਕ ਤੋਂ ਬਾਅਦ ਇੱਕ ਘੋੜਿਆਂ ਵਿੱਚ ਵਾਧਾ ਕਰਦਾ ਗਿਆ ਅਤੇ ਇਸ ਦੌਰਾਨ ਮੇਰੀ ਇੱਕ ਵੱਖਰੀ ਪਹਿਚਾਣ ਬਣਨ ਲੱਗੀ ਅਤੇ ਮੈਨੂੰ ਪੰਜਾਬ ਸਮੇਤ ਬਾਲੀਵੁੱਡ ਤੱਕ ਦੇ ਲੋਕ ਜਾਣਨ ਲੱਗੇ। ਇਹਨਾਂ ਘੋੜਿਆਂ ਦੇ ਸਦਕੇ ਮੈਂ ਆਪਣੇ ਤੇ ਹਰ ਲੱਗੇ ਦਾਗ ਨੂੰ ਧੋ ਦਿੱਤਾ। ਅੱਜ ਆਪਣੇ ਪਰਿਵਾਰ ਵਿੱਚ ਖੁਸ਼ਹਾਲ ਜ਼ਿੰਦਗੀ ਬਤੀਤ ਕਰ ਰਿਹਾ ਹਾਂ ਅਤੇ ਹੁਣ ਮੇਰੇ ਕੋਲ ਹਰ ਤਰ੍ਹਾਂ ਦੇ ਪੰਛੀ, ਘੋੜੇ, ਕਬੂਤਰ, ਬਤਕਾਂ ਸਮੇਤ ਬਹੁਤ ਸਾਰੇ ਜਾਨਵਰ ਰੱਖੇ ਹੋਏ ਹਨ। ਵਾਕਈ ਇਸ ਨੌਜਵਾਨ ਨੇ ਸਾਬਤ ਕਰ ਵਿਖਾਇਆ ਹੈ ਕਿ ਜੇਕਰ ਮਨ ਵਿੱਚ ਦ੍ਰਿੜ ਇਰਾਦਾ ਹੋਵੇ ਤਾਂ ਨਸ਼ੇ ਦੀ ਇਸ ਦਲਦਲ ਵਿੱਚੋਂ ਬਾਹਰ ਆਇਆ ਜਾ ਸਕਦਾ ਹੈ। ਉਸ ਦੀ ਜ਼ਿੰਦਗੀ ਹੋਰ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਹੈ। ਵੀ ਹੌਲੀ ਹੌਲੀ ਉਸ ਤੋਂ ਬਾਅਦ ਮੈਂ ਕਬੂਤਰ ਲਿਆ। ਕਬੂਤਰਾਂ ਤੋਂ ਬਾਅਦ ਮੈਨੂੰ ਇਹੋ ਜਿਹਾ ਪ੍ਰੇਮ ਪਿਆ ਵੀ ਮੈਂ ਜਾਨਵਰਾਂ ਦਾ, ਫਿਰ ਮੈਂ ਮੁਰਗੇ ਲਿਆਉਣ ਲੱਗ ਪਿਆ। ਹਾਲਾਂਕਿ ਅਸੀਂ ਖਾਂਦੇ ਨਹੀਂ ਸੀ, ਪਰ ਮੈਨੂੰ ਉਹ ਸ਼ੌਂਕ ਸੀ ਟਹਿਲਦੇ ਹੋਣਾ। ਫਿਰ ਮੇਰੇ ਦੋਸਤ ਨੇ ਮੈਨੂੰ ਬਤਕਾਂ ਗਿਫਟ ਕਰਤੀਆਂ ਤੇ ਕੀ ਉਹ ਡੇ ਬਾਏ ਡੇ ਮੇਰੇ ਇੱਕ ਪਰਮਾਤਮਾ ਨੂੰ ਫਾਰਮ ਤੇ ਐਡੀਸ਼ਨ ਹੁੰਦੀ ਰਹੀ ਤੇ ਮੈਨੂੰ ਵੀ ਨਹੀਂ ਪਤਾ ਲੱਗਾ ਮੇਰਾ ਟਾਈਮ ਕਦੋਂ ਨਿਕਲਣ ਲੱਗ ਗਿਆ ਲਾਈਫ ਦਾ। ਹੁਣ ਅੱਜ ਐਂ ਲੱਗਦਾ ਹੁੰਦਾ ਵੀ ਮੈਨੂੰ ਪਤਾ ਹੀ ਨਹੀਂ ਲੱਗਦਾ ਸਵੇਰੇ ਕਦੋਂ ਉੱਠਦਾ ਤੇ ਕਦੋਂ ਮੈਨੂੰ ਰਾਤ ਪੈ ਜਾਂਦੀ। ਤਾਂ ਕੀ ਉਹ ਪਰਿਵਰਤਨ ਲਿਆਉਣ ਲਈ, ਜ਼ਿੰਦਗੀ ਦੇ ਪਰਿਵਰਤਨ ਵਾਸਤੇ ਮੈਨੂੰ ਇੱਕ ਅਲੱਗ ਚੀਜ਼ ਚਾਹੀਦੀ ਸੀ, ਤਾਂ ਮੈਨੂੰ ਰੱਬ ਨੇ ਗਿਫਟ ਕੀਤੇ ਘੋੜੇ। ਪਰ ਘੋੜਿਆਂ ਨਾਲ ਕੀ ਹੋਇਆ, ਇੱਕ ਟਾਈਮ ਤੱਕ ਤਾਂ ਮੈਂ ਨਾਲ ਵੈਸੇ ਕਨੈਕਟਡ ਸੀ ਵੀ ਆਪਦਾ ਜਿਵੇਂ ਸ਼ੌਂਕ ਨਾਲ ਰੱਖਣਾ ਉਹਦੇ ਨਾਲ ਵੀ ਟਾਈਮ ਪਾਸ। ਪਰ ਹੌਲੀ ਹੌਲੀ ਜਦੋਂ ਬਰੀਡਿੰਗ ਲਈ ਬਾਹਰ ਨਿਕਲੇ, ਘੋੜਾ ਪਤਾ ਕਰਨ ਲੱਗੇ। ਘੋੜਾ ਪਤਾ ਕੀਤਾ, ਮੇਰਾ ਭਰਾ ਸੀ, ਉਹਨੂੰ ਦੱਸਿਆ ਹੀ ਐਂ ਕਰਕੇ ਨੁਕਰਾ ਘੋੜਾ ਭਾਈ ਪੱਪੂ ਕੋਲ ਆਪਾਂ ਨੂੰ ਮਿਲੇ। ਹੌਲੀ ਹੌਲੀ ਉਹਨੇ ਦੱਸਣ ਲੱਗ ਗਿਆ ਵੀ ਇੰਨਾ ਕੁਛ ਐਵੇਂ ਆ, ਇੰਨੇ ਘੋੜੇ ਵਿਕਦੇ ਆ, ਤੁਹਾਡੇ ਕੋਲ ਬੱਚਾ ਹੋਊਗਾ। ਪਤਾ ਟ੍ਰੇਡ ਦਾ ਮਤਲਬ ਜਦੋਂ ਲਏ ਸੀ ਉਦੋਂ ਸੋਚ ਨਹੀਂ ਸੀ ਵੀ ਟ੍ਰੇਡ ਵੀ ਕਰਾਂਗੇ, ਪਰ ਉਹ ਹੌਲੀ ਹੌਲੀ ਬੱਚਿਆਂ ਤੱਕ ਆ ਗਏ। ਫਿਰ ਪਤਾ ਨਹੀਂ ਲੱਗਾ, ਮੰਡੀਆਂ ਜਾਣ ਲੱਗ ਗਏ, ਸ਼ੋਅ ਅਟੈਂਡ ਕਰਨ ਲੱਗ ਗਏ, ਉੱਥੇ ਹੋਰ ਇਨਕਰੇਵਮੈਂਟ ਹੋਈ। ਤਾਂ ਮੈਨੂੰ ਦਿਲ ਕੀਤਾ ਯਾਰ ਆਹ ਘੋੜਾ ਲਿਆ ਮੈਂ ਬੱਚਾ। ਤਾਂ ਜਦੋਂ ਮਿਲਣ ਲੱਗ ਗਏ ਉਸ ਟਾਈਮ ਇੱਕ ਇਹੋ ਜਿਹਾ ਟਾਈਮ ਆ ਗਿਆ ਵੀ ਸਾਡੀ ਰਿਲੇਸ਼ਨ ਇਸ ਲਾਈਨ 'ਚ ਐਵੇਂ ਦੇ ਲੋਕਾਂ ਨਾਲ ਹੋਣ ਲੱਗ ਗਏ, ਤਾਂ ਉਹ ਇੱਕ ਅਲੱਗ ਐਡਿਕਸ਼ਨ ਹੋ ਗਈ ਮੈਨੂੰ। ਚੰਗਿਆਂ 'ਚ ਉੱਠਣਾ ਉਹਦੇ 'ਚ ਸਾਨੂੰ, ਕਿਉਂਕਿ ਘੋੜਾ ਕੋਈ ਆਮ ਬੰਦਾ ਘੋੜਾ ਨਹੀਂ ਰੱਖਦਾ। ਘੋੜੇ ਰੱਖੂਗਾ ਬੜੀ ਉੱਚੀ ਸੋਚ ਦਾ ਮਾਲਕ ਰੱਖੂਗਾ, ਜਿਹਦੇ ਅੰਦਰ ਮਤਲਬ ਪਿਆਰ ਹੋਊਗਾ ਜਾਨਵਰ ਪ੍ਰਤੀ, ਜਾਂ ਜਿਹਦੇ ਕੋਲ ਹੈਸੀਅਤ ਹੋਊਗੀ। ਕਈ ਵਾਰ ਜ਼ਰੂਰੀ ਨਹੀਂ ਪੈਸਾ, ਸਮਾਂ, ਪਿਆਰ ਸਭ ਕੁਝ ਚਾਹੀਦਾ ਇਹਦੇ ਲਈ। ਇੱਕ ਸੋਚ ਸੀ ਜਿਹਦੇ 'ਚ ਮੈਨੂੰ ਸੰਤੁਸ਼ਟੀ ਨਹੀਂ ਸੀ, ਮੈਨੂੰ ਨੀਂਦ ਨਹੀਂ ਆਉਂਦੀ ਸੀ, ਮੈਂ ਅਸੰਤੁਸ਼ਟ ਬੰਦਾ ਸੀਗਾ। ਠੀਕ ਆ, ਗੁੱਸੇ ਦੇ ਨਾਲ ਭਰੇ ਰਹਿਣਾ ਹਰ ਘੜੀ। ਠੀਕ ਆ, ਹਰ ਘੜੀ ਹਰ ਬੰਦੇ 'ਤੇ ਸ਼ੱਕ ਕਰਨਾ, ਨੈਗੇਟਿਵਨੈਸ ਨਾਲ ਭਰਪੂਰ। ਉਹੀ ਇੱਕੋ ਦਮ ਸਮੀਕਰਨ ਐਸੇ ਚੇਂਜ ਹੋਏ ਵੀ ਪੋਜ਼ਿਟਿਵ ਹੋ ਗਏ। ਠੀਕ ਆ, ਚੰਗੇ ਲੋਕਾਂ 'ਚ ਉੱਠਣ ਬਹਿਣ, ਅਤੇ ਸਭ ਤੋਂ ਵੱਡੀ ਗੱਲ ਮਨ ਨੂੰ ਸ਼ਾਂਤੀ ਆਉਣ ਲੱਗ ਗਈ। ਸ਼ਾਂਤੀ ਕੀ ਹੈ, ਇੱਕ ਛੋਟੀ ਜਿਹੀ ਜ਼ਿੰਦਗੀ ਦਾ ਦਾਇਰਾ ਬਹੁਤ ਛੋਟਾ ਹੋ ਗਿਆ ਸੀ, ਜਿਹਦੇ 'ਚ ਸਿਰਫ ਮੈਂ ਅਤੇ ਮੇਰੇ ਫਾਰਮ ਤੱਕ ਸੀਮਿਤ ਰਹਿ ਗਏ ਸੀ, ਜਿੰਨਾ 'ਚ ਮੇਰੇ ਜਾਨਵਰ ਆ ਜਾਂਦੇ ਸੀ। ਮੇਰੇ ਕੋਲ ਕੁੱਤੇ ਸੀਗੇ, ਹੈ ਨਾ, ਖਰਗੋਸ਼, ਚਿੜੀਆਂ, ਬਤਕਾਂ, ਮੁਰਗੀਆਂ, ਘੋੜੇ। ਤਾਂ ਮੇਰੀ ਇੰਨੀ ਕੁ ਲਾਈਫ ਰਹਿ ਗਈ, ਕਿਉਂਕਿ ਮੈਨੂੰ ਜਾਨਵਰਾਂ 'ਚ ਇੱਕ ਚੀਜ਼ ਦੀ ਕੀ ਪੋਜ਼ੀਟਿਵ ਸਾਈਡ ਦਿਖੀ, ਇਹਨਾਂ 'ਚ ਨੈਗੇਟਿਵਨੈਸ ਨਹੀਂ ਹੈ ਕਿਤੇ। ਇਹ ਤੁਹਾਨੂੰ ਹਮੇਸ਼ਾ ਪੋਜ਼ੀਟਿਵਲੀ ਚਾਰਜ ਕਰਦੇ ਆ। ਮੈਨੂੰ ਨਾ ਕਈ ਵਾਰ ਲਾਈਫ ਦੇ ਸੰਦੇਸ਼ ਇਹਨਾਂ ਤੋਂ ਸਿੱਖਣ ਨੂੰ ਮਿਲਦੇ ਸੀਗੇ। ਜਦੋਂ ਮੈਂ ਦੇਖਣਾ ਵੀ ਹਾਂ ਇੱਕ ਘੋੜੇ ਨੇ ਬਰਥ ਦਿੱਤਾ ਬੱਚੇ ਨੂੰ, ਤਾਂ ਉਹਦੀ ਮਮਤਾ ਕਿੰਨੀ ਆ। ਸਾਨੂੰ ਤਾਂ ਰੱਬ ਨੇ ਗਿਆਨ ਦਿੱਤਾ, ਅਤੇ ਮੈਂ ਤਾਂ ਉਹ ਨਸ਼ੇ ਦੌਰਾਨ ਆਪਦੇ ਬੱਚਿਆਂ ਤੋਂ ਵੀ ਦੂਰ ਹੋ ਗਿਆ ਸੀ। ਮੈਨੂੰ ਤਾਂ ਪਤਾ ਹੀ ਨਹੀਂ ਸੀ ਬੱਚੇ ਕਿਵੇਂ ਪਾਲਣੇ, ਹੈ ਨਾ। ਤਾਂ ਜੇ ਮੈਂ ਕਬੂਤਰਾਂ ਨੂੰ ਦੇਖਣਾ ਵੀ ਇੱਕ ਕਬੂਤਰੀ ਬੈਠ ਕੇ ਬੱਚੇ ਲਈ ਬੈਠਿਆਂ ਕੋਲ ਬਹਿੰਦੀ ਸੀ, ਪਹਿਲਾਂ ਆਂਡਿਆਂ 'ਤੇ ਬੈਠੀ ਆ, ਦੂਜਾ ਚੋਗਾ ਲੈ ਕੇ ਆਉਂਦਾ ਸੀ, ਫਿਰ ਉਹ ਬਹਿੰਦਾ ਸੀ, ਕਬੂਤਰੀ ਜਾਂਦੀ ਸੀ। ਜਦੋਂ ਬੱਚੇ ਹੋ ਜਾਂਦੇ ਸੀ ਫਿਰ ਇੱਕ ਜਾਂਦਾ ਸੀ, ਚੋਗਾ ਲੈ ਕੇ ਆਉਂਦਾ ਸੀ, ਉਹਨੂੰ ਦਿੰਦਾ ਸੀ, ਫਿਰ ਦੂਜੀ ਕਬੂਤਰੀ ਜਾਂਦੀ ਸੀ। ਤਾਂ ਕੀ ਉਹ ਪਤਾ ਲੱਗਾ ਵੀ ਜ਼ਿੰਮੇਵਾਰੀਆਂ ਕੀ ਹੁੰਦੀਆਂ। ਅਤੇ ਜੇ ਬੇਜ਼ਬਾਨ ਜਾਨਵਰਾਂ 'ਚ ਇੰਨਾ ਰੱਬ ਨੇ ਗਿਆਨ ਦਿੱਤਾ ਸਾਨੂੰ ਤਾਂ ਸਮਝ ਆ। ਤਾਂ ਮੈਂ ਉਹ ਚੀਜ਼ਾਂ ਫਾਰਮ ਤੋਂ, ਉਹਨਾਂ ਚੀਜ਼ਾਂ ਨੂੰ ਸਿੱਖ ਕੇ ਮੇਰੀ ਜ਼ਿੰਦਗੀ ਦਾ ਇੱਕ ਸਮੀਕਰਨ ਹੀ ਚੇਂਜ ਹੋ ਗਏ ਸਾਰੇ। ਤਾਂ ਜਦੋਂ ਮੈਂ ਉਹਦੇ 'ਚ ਰਹਿਣ ਲੱਗਾ ਤਾਂ ਮਤਲਬ ਮੈਨੂੰ ਪਤਾ ਲੱਗਣ ਲੱਗਾ ਲਾਈਫ ਕੀ ਹੈ। ਤਾਂ ਮੈਂ ਸੱਚ ਦੱਸਾਂ, ਮੇਰੇ ਅੱਧੇ ਨਾਲੋਂ ਜ਼ਿਆਦਾ ਗੁਰੂ ਇਹ ਜਾਨਵਰ ਰਹੇ ਵੀ ਕਿਵੇਂ ਇਹਨਾਂ ਨੇ ਸਿਖਾਇਆ ਜ਼ਿੰਮੇਵਾਰੀਆਂ ਕੀ ਹੁੰਦੀਆਂ ਨੇ, ਪਿਆਰ ਕੀ ਹੁੰਦਾ ਆ, ਹੈ ਨਾ, ਤੁਹਾਡੀ ਲਾਈਫ ਕੀ ਹੁੰਦੀ ਹੈ। ਅੱਜ ਇੱਕ ਮੈਂ ਜਦੋਂ ਆਪਦਾ ਪਾਸਟ ਵਿਨ ਨਾ, ਪਿਛਲਾ ਵਿਨ, ਜੋ ਉਹ ਮਨਪ੍ਰੀਤ ਸੀ ਅਤੇ ਜਿਹੜਾ ਅੱਜ ਦੇ ਮਨਪ੍ਰੀਤ, ਬਹੁਤ ਅੰਤਰ। ਠੀਕ ਆ, ਉਹ ਇੱਕ ਮਤਲਬ ਲਾ ਲਓ, ਕਦੀ ਵੀ ਪੈਸਾ ਬਹੁਤ ਸੀ, ਉਦੋਂ ਸ਼ੋਹਰਤ ਬਹੁਤ ਸੀ, ਬੱਤੀਆਂ ਸੀ, ਪੁਲਿਸ ਸੀ, ਨਾਲ ਗਨਮੈਨ ਮੁਲਾਜ਼ਮ ਹੁੰਦੇ ਸੀ, ਗੱਡੀਆਂ ਦੇ ਬੱਤੀਆਂ ਲੱਗੀਆਂ ਹੁੰਦੀਆਂ ਸੀ, ਪਰ ਉਹ ਰਿਸਪੈਕਟ ਅਤੇ ਪਿਆਰ ਨਹੀਂ ਸੀ ਜਿਹੜਾ ਅੱਜ ਉਹਨਾਂ ਸਾਰੀਆਂ ਚੀਜ਼ਾਂ ਤੋਂ ਬਿਨਾਂ ਇਕੱਲੇ ਨੂੰ ਮਿਲ ਰਿਹਾ। ਸਿਰਫ ਕਾਹਦੇ ਲਈ ਵੀ ਸਾਡੇ ਅੱਜ ਮੈਂ ਜਦੋਂ ਪਤਾ ਨਹੀਂ, ਮੈਨੂੰ ਅੱਜ ਤੱਕ ਇਹ ਸਮਝ ਨਹੀਂ ਲੱਗਾ ਵੀ ਇੰਨਾ ਪੈਸਾ, ਡਾਲਰ, ਸ਼ੋਹਰਤ ਛੱਡ ਕੇ ਅਤੇ ਅੱਜ ਸਿਰਫ ਇੱਕ ਘੋੜਿਆਂ ਦੇ ਨਾਂ ਨੇ, ਘੋੜਿਆਂ ਨਾਲ ਕਨੈਕਟਡ ਹੋਣ ਕਰਕੇ ਵੀ ਅੱਜ ਇੱਕ ਮੈਂ ਦੁਨੀਆ 'ਤੇ ਐਨੀਮਲ ਲਵਰ ਦੇ ਨਾਂ 'ਤੇ ਫੇਮਸ ਹੋ ਗਿਆ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।